हमारे चैनल को सब्सक्राइब करें और घंटी के आइकन पर क्लिक करें और लाइक कमेंट शेयर करना न भूलें। हिंदुस्तान ਦੇ 74ਵਾਂ ਸਾਡਾ ਆਜ਼ਾਦੀ ਦਾ ਦਿਹਾੜਾ ਹੈ। ਪਹਿਲਾਂ ਤਾਂ ਸਾਰਿਆਂ ਨੂੰ ਉਸ ਤੇ ਬਹੁਤ-ਬਹੁਤ ਵਧਾਈ ਹੋਏ। ਉਸ ਸਾਡੀ ਆਜ਼ਾਦੀ ਪਾਉਣ ਵਾਸਤੇ ਪੰਜਾਬੀਆਂ ਦੀ ਅਣਗਿਣਤ ਕੁਰਬਾਨੀਆਂ ਰਹੀਆਂ ਨੇ। ਮੇਰਾ ਖਿਆਲ ਅਗਰ ਤੁਸੀਂ ਜਿੱਥੇ ਮਰਜ਼ੀ ਜਾਓ, ਮੈਂ ਵੀ ਗਿਆ ਸੀ ਪਿਛਲੀ ਵਾਰ ਐਂਡਮਨ ਆਈਲੈਂਡਸ ਨੂੰ, ਜਿੱਥੇ ਕਾਲਾ ਪਾਣੀ ਦੀ ਸਜ਼ਾ ਹੁੰਦੀ ਸੀ, ਔਰ ਉੱਥੇ ਉਹ ਬੋਰਡ ਦੇ ਉੱਪਰ ਸੈਂਕੜੇ ਹੀ ਉੱਥੇ ਨਾਂ ਸਾਡੇ ਪੰਜਾਬੀਆਂ ਦੇ ਸੀ ਜਿਹੜੇ ਇੱਕ ਵਾਰ ਭੇਜੇ ਜਾਂਦੇ ਸੀ ਔਰ ਫਿਰ ਮੁੜ ਕੇ ਨਹੀਂ ਆਉਂਦੇ ਸੀ ਕਦੇ। ਉਹਨਾਂ ਨੇ ਆਪਣੇ ਆਜ਼ਾਦੀ ਵਾਸਤੇ ਕੁਰਬਾਨੀ ਦਿੱਤੀ। ਫੌਜ ਨੇ ਲੜੀ, ਜੋ 1947 ਦੇ ਵਿੱਚ ਉੱਥੇ ਲੜੇ। ਫੌਜ ਨੇ ਇੰਨਾ ਕੁਛ ਆਪਣੇ ਪੰਜਾਬੀ ਦਾ ਨਾਮ ਰੋਸ਼ਨ ਕੀਤਾ ਦੁਨੀਆ ਭਰ 'ਚ। ਸਭ ਸਾਡਾ ਸੀ, ਚਾਹੇ ਇਟਲੀ ਦੇ ਵਿੱਚ ਸੀ, ਚਾਹੇ ਨਾਰਥ ਅਫਰੀਕਾ ਵਿੱਚ ਸੀ, ਚਾਹੇ ਗ੍ਰੀਸ ਵਿੱਚ ਸੀ। ਪੰਜਾਬੀਆਂ ਨੇ ਜੰਗ ਉੱਥੇ ਲੜਿਆ ਔਰ ਸਾਡਾ ਪੂਰੇ ਪੰਜਾਬ ਦਾ ਨਾਮ ਅੱਜ ਸਾਰੀ ਦੁਨੀਆ ਲੈਂਦੀ ਹੈ। ਹੁਣ ਮੈਂ ਕਿਤਾਬ 'ਚ ਅੱਜ ਦੇਖ ਰਿਹਾ ਸੀ ਕਿ ਇਟਲੀ ਨੇ ਵੀ ਉੱਥੇ ਆਪਣੇ ਪੰਜਾਬੀਆਂ ਦਾ ਕੋਈ ਬੁੱਤ ਲਾਇਆ, ਜਿੱਥੇ ਜਿਹੜੇ ਕੁਰਬਾਨੀ ਉਹਨਾਂ ਨੇ ਪਹਿਲੀ ਲੜਾਈ ਔਰ ਦੂਜੀ ਮਹਾਂਯੁੱਧ ਦੇ ਵਿੱਚ ਕੀਤਾ ਸੀ, ਉਹਦੇ ਵਾਸਤੇ ਇੰਨੀ ਦੇਰ ਤੋਂ ਬਾਅਦ ਯਾਦ ਰੱਖਦੇ ਨੇ ਸਾਨੂੰ। ਸੋ ਇਹ ਅੱਜ ਆਪਾਂ ਉਸ ਦਿਨ ਨੂੰ ਮਨਾ ਰਹੇ ਹਾਂ। ਆਜ਼ਾਦੀ ਤੋਂ ਬਾਅਦ ਪੰਜਾਬੀਆਂ ਨੇ ਕੋਈ ਕਸਰ ਨਹੀਂ ਛੱਡੀ। ਮੈਂ ਤੁਹਾਨੂੰ ਪਹਿਲਾਂ ਵੀ ਜ਼ਿਕਰ ਕੀਤਾ ਸੀ 1947 ਦੀ ਲੜਾਈ ਕਸ਼ਮੀਰ 'ਚ ਹੋਈ, ਚਾਹੇ 62 ਦੀ ਚਾਈਨਾ ਦੇ ਨਾਲ, ਚਾਹੇ ਫਿਰ ਆਪਣੀ ਹੋਈ 65 ਦੀ ਲੜਾਈ ਇੱਥੇ ਪੰਜਾਬ ਦੇ ਵਿੱਚ, ਫਿਰ 71 ਦੀ ਲੜਾਈ ਵਿੱਚ ਪੰਜਾਬ ਵਿੱਚ ਵੀ ਔਰ ਬੰਗਲਾਦੇਸ਼ ਵਿੱਚ ਵੀ, ਫਿਰ ਸਾਡੇ 99 ਦੇ ਵਿੱਚ ਆਪਣਾ ਕਾਰਗਿਲ ਦੀ। ਸਾਰੇ ਸਾਡੇ ਬੰਦਿਆਂ ਨੇ ਉੱਥੇ ਪ੍ਰਾਪਤੀਆਂ ਕੀਤੀਆਂ। ਹੁਣ ਦੇਖ ਲਓ ਚੀਨ ਦੇ ਵਿੱਚ ਸਾਡੇ ਮੁੰਡੇ ਜਿਹੜੇ ਸ਼ਹੀਦ ਹੋਏ ਨੇ। ਹੁਣ 3 ਪੰਜਾਬ ਦੀ ਆਪਣੀ ਰੈਜੀਮੈਂਟ ਸੀ। ਗੁਰਤੇਜ ਸੀ ਇੱਕ ਨੌਜਵਾਨ, ਉਹਨਾਂ ਦੇ ਘਾਤਕ ਪਲਟੂਨ ਦਾ ਇੱਕ ਮੈਂਬਰ ਸੀਗਾ, 25 ਸਾਲ ਦੀ ਉਹਦੀ ਉਮਰ ਸੀ। ਔਰ ਚੀਨੀਆਂ ਨੇ ਜਦ ਹਮਲਾ ਕੀਤਾ, ਬੰਦੇ ਡੰਡੇ ਲੈ ਕੇ ਜਿਨ੍ਹਾਂ ਦੇ ਵਿੱਚ ਕਿੱਲ ਠੋਕੇ ਹੋਏ ਸੀ, ਸਾਡੇ ਮੁੰਡਿਆਂ ਕੋਲ ਕੁਝ ਵੀ ਨਹੀਂ ਸੀ। ਉਹਨੇ ਜਾ ਕੇ 12 ਚੀਨੀ ਆਪਣੇ ਹੱਥਾਂ ਨਾਲ ਮਾਰੇ ਔਰ ਫਿਰ ਕਿਸੇ ਚੀਨੀ ਨੇ ਆ ਕੇ ਉਹਦੇ ਪਿੱਠ 'ਚ ਛੁਰਾ ਘੋਂਪਿਆ, ਜੋ ਚੀਨੀ ਇਸ ਕਿਸਮ ਦੀ ਬੁਜ਼ਦਲੀ ਕਰਦੇ ਨੇ, ਔਰ ਉਹ ਵਿਚਾਰਾ ਮਰਿਆ। ਲੇਕਿਨ ਉਹ ਸਾਡਾ ਸੀਗਾ, ਆਪਣਾ ਮੁੰਡਾ ਸੀ। ਮਾਨਸਾ ਦਾ ਪਿੰਡ, ਤੇ ਮਾਨਸਾ ਦੇ ਕੋਲ ਪਿੰਡ ਹੈ ਉਹਦਾ। ਇਸ ਕਿਸਮ ਦੇ ਲੋਕਾਂ ਨੇ ਸਾਡੀਆਂ ਆਪਣੇ ਦੇਸ਼ ਵਾਸਤੇ ਆਪਣੀਆਂ ਕੁਰਬਾਨੀਆਂ ਦਿੱਤੀਆਂ ਨੇ। ਅੱਜ ਦੇ ਦਿਹਾੜੇ ਦੇਖੋ ਪੰਜਾਬ ਦੇ ਦੁਨੀਆ ਦੇ ਵਿੱਚ ਕੀ ਹੋ ਰਿਹਾ। ਦੇਸ਼ ਦੇ ਵਿੱਚ ਕੋਈ ਸੂਬਾ ਨਹੀਂ ਜਿੱਥੇ ਸਾਡੇ ਪੰਜਾਬੀ ਅੱਗੇ ਨਹੀਂ ਵਧੇ ਹੋਏ, ਚਾਹੇ ਇੰਡਸਟਰੀ ਦੇ ਵਿੱਚ ਹੋਏ, ਚਾਹੇ ਖੇਤੀਬਾੜੀ ਕਰਦੇ ਹੋਣ, ਚਾਹੇ ਆਪਣਾ ਕਿਸੇ ਗਵਰਨਮੈਂਟ ਦੇ ਵਿੱਚ ਕੰਮ ਲੈਂਦੇ ਹੋਣ ਜਾਂ ਪ੍ਰਾਈਵੇਟ ਕੰਪਨੀਆਂ ਦੇ ਵਿੱਚ ਲੈਂਦੇ ਹੋਣ। ਸਾਰੇ ਕਿਤੇ ਪੰਜਾਬੀ ਛਾਏ ਹੋਏ ਨੇ ਸਾਡੇ, ਔਰ ਬੜਾ ਉਹਨਾਂ ਨੇ ਨਾਂ ਪਾਇਆ। ਜਿਹੜੇ ਸਾਡਾ ਗੁਰੂ ਦਾ ਲੰਗਰ ਹੈ, ਜਦੋਂ ਵੀ ਕੋਈ ਘਟਨਾ ਆਉਂਦੀ ਹੈ, ਉਹਦੇ ਵਿੱਚ ਇੱਕਦਮ ਸਾਰੇ ਲੱਗ ਕੇ ਆਪਣੇ ਗੁਰੂ ਦਾ ਲੰਗਰ ਲਾ ਕੇ ਲੋਕਾਂ ਨੂੰ ਉੱਥੇ ਪ੍ਰਸ਼ਾਦੇ ਛਕਾਉਂਦੇ ਨੇ। ਤੋ ਇਹ ਗੱਲਾਂ ਆਪਣੀ ਯਾਦ ਹੈ। ਔਰ ਇੱਕ ਪਾਸੇ ਇੱਕ ਬੈਠਾ ਹੈ, ਇਹ ਪੰਨੂ ਬੈਠਾ ਉੱਥੇ ਅਮਰੀਕਾ 'ਚ, ਸਿੱਖਸ ਫॉर ਜਸਟਿਸ ਕਹਿੰਦਾ ਹੈ। ਉਹ ਹੁਕਮ ਦਿੰਦਾ ਪੰਜਾਬੀਆਂ ਨੂੰ ਕਿ ਕੱਲ੍ਹ ਨੂੰ ਤੁਸੀਂ ਆਪਣੇ ਖਾਲਿਸਤਾਨ ਦੇ ਝੰਡੇ ਚੜਾਓ। ਕਿਸ ਵਾਸਤੇ ਚੜਾਈਏ? ਤੂੰ ਆ ਕੇ ਚੜਾਓ ਰੇ। ਜਦ ਸਾਡੇ ਪੰਜਾਬੀ ਸਹੀ ਵਸੇ ਹੋਏ ਨੇ, ਜਿਹੜੇ ਆਪਣਾ ਪੂਰੇ ਦੇਸ਼ ਦੇ ਇੱਕ, ਜਿਹੜਾ ਸਾਡੀ ਪੰਜਾਬੀ ਨੇ ਇੱਕ ਦੇਸ਼ ਦੇ ਇੱਕ ਬਹੁਤ ਮੰਨੇ ਹੋਏ ਲੋਕ ਨੇ ਜਿਨ੍ਹਾਂ ਨੇ ਇੰਨੀ ਦੇਸ਼ ਵਾਸਤੇ ਕੁਰਬਾਨੀ ਦਿੱਤੀ ਹੈ, ਉਹ ਕਿਉਂ ਬਣਾਉਣ ਆਪਣੇ ਖਾਲਿਸਤਾਨ ਦਾ ਝੰਡਾ? ਤੂੰ ਚੜਾ ਲਿਆ ਅਮਰੀਕਾ 'ਚ, ਤੂੰ ਚੜਾ ਲਿਆ ਜਿੱਥੇ ਤੂੰ ਆਪਣਾ ਬਣਾਉਣਾ ਹੈ। ਇੱਥੇ ਨਾ, ਮੈਂ ਤੈਨੂੰ ਕਈ ਵਾਰ ਕਿਹਾ ਇਸ ਨੂੰ ਕਿ ਤੂੰ ਵੜ ਕੇ ਦੇਖ ਪੰਜਾਬ 'ਚ, ਮੈਂ ਦੇਖਦਾ ਤੈਨੂੰ ਕਿ ਤੂੰ ਤਰੱਕੀ ਕਰਦਾ। ਇਹਦੇ ਆਖੇ ਨਹੀਂ ਲੱਗਣਾ ਨੌਜਵਾਨੋ। ਮੈਂ ਨੌਜਵਾਨਾਂ ਨੂੰ ਖਾਸ ਕਰਕੇ ਕਹਿ ਰਿਹਾ, ਕਈ ਗੱਲ ਭਾਵਕ ਹੋ ਜਾਂਦੇ ਨੇ ਔਰ ਇਹ ਜਿਹੀ ਗੱਲ ਕਰਦੇ ਨੇ, ਇਹ ਨਹੀਂ ਇਹ ਕਰਨੀ। ਦੇਖੋ ਆਪਣਾ ਇਤਿਹਾਸ ਔਰ ਦੇਖੋ ਕਿਸ ਤਰੀਕੇ ਨਾਲ ਸਿੱਖਾਂ ਨੇ ਇੱਥੇ ਕੁਰਬਾਨੀਆਂ ਦਿੱਤੀਆਂ ਨੇ, ਪੂਰੇ ਪੰਜਾਬੀਆਂ ਨੇ ਦਿੱਤੀਆਂ ਨੇ। ਆਜ਼ਾਦੀ ਦੀ ਲੜਾਈ ਹੋਏ ਜਾਂ ਜੰਗ ਦੀ ਲੜਾਈ ਹੋਏ, ਕਿਤੇ ਵੀ ਆਪਾਂ ਦਿੱਤੀਆਂ ਨੇ। ਦੇਸ਼ ਦੀ ਆਪਾਂ ਰੱਖਿਆ ਕੀਤੀ ਹੈ ਔਰ ਨਹੀਂ ਹੋਣਾ ਚਾਹੀਦਾ। ਔਰ ਇਹ ਜਿਹੜੇ ਮਾੜੇ ਲੋਕ ਨੇ ਸਿਰਫ ਪੈਸੇ ਬਣਾਉਣ ਵਾਸਤੇ ਕਰਦੇ ਨੇ, ਹੋ ਰਹੇ ਨੇ ਕੀ ਲੈਣਾ। ਕੋਈ ਸ਼ਕਲ ਦੇਖੀ ਤੁਸੀਂ ਕਦੇ? ਇਹ ਪੰਜਾਬੀ ਸ਼ਕਲ ਵੀ ਨਹੀਂ ਮੈਨੂੰ ਲੱਗਦੀ, ਪਤਾ ਨਹੀਂ ਕਿਸ ਕਿਸਮ ਦਾ ਇਹ ਬੰਦਾ। ਔਰ ਇਹ ਇੱਥੇ ਆ ਕੇ ਸਾਨੂੰ ਇਹੋ ਜਿਹੇ ਹੁਕਮ ਦਿੰਦਾ ਹੈ ਕਿ ਇੱਥੇ ਝੰਡੇ ਚੜਾ ਦਿਓ, ਇੱਥੇ ਫਲਾਣਾ ਕਰੋ, ਇੱਥੇ ਟਿਮਕਾ ਕਰੋ। ਇਹਦੇ ਬਿਲਕੁਲ ਤੁਸੀਂ ਇਸ ਕੰਮ 'ਚ ਨਹੀਂ ਆਉਣਾ। ਅੱਜ ਹੁਣ ਜਿਹੜੀ ਗੱਲ ਮੈਂ ਬਾਰ-ਬਾਰ ਕਰਦਾ ਤੁਹਾਡੇ ਨਾਲ, ਉਹ ਇਸ ਕਰੋਨਾ ਬਿਮਾਰੀ ਕੋਵਿਡ-19 ਜਿਹਨੂੰ ਕਹਿੰਦੇ ਨੇ, ਇਹਦੇ ਸੰਬੰਧ ਵਿੱਚ। ਦੇਖੋ ਮੇਰੇ ਵੀਰ ਔਰ ਭੈਣੋ, ਮੈਂ ਤੁਹਾਨੂੰ ਕਈ ਵਾਰ ਕਿਹਾ, ਇਹ ਬਿਮਾਰੀ ਆਪਾਂ ਕੰਟਰੋਲ ਕਰ ਸਕਦੇ ਹਾਂ। ਇਹ ਕਿਸੇ ਨੂੰ ਪਤਾ ਨਹੀਂ ਹੈ ਕੀ ਬਿਮਾਰੀ ਹੈ, ਕਿੱਥੋਂ ਆਉਂਦੀ ਹੈ, ਕੈਸੇ ਆਉਂਦੀ ਹੈ, ਕਿੱਥੇ ਜਾਊਗੀ, ਕਿੱਥੇ ਨਹੀਂ ਜਾਊਗੀ, ਕਿੱਥੇ ਦੁਬਾਰਾ ਹੋਊਗੀ, ਕਿਤੇ ਸਪਾਈਕਸ ਕਹਿੰਦੇ ਨੇ
कि एक दिन कदे चढ़ जूगी, फिर कुछ दिनों वास्ते थले आ जू, फिर दूजा स्पाइक आ जाऊगा ऊपर। जो दुनिया 'ਚ हो रहा है और जो साढ़े मार दसते ने आही दसते हैं। लेकिन ये अगर आप हिस्सा पा सकते हैं, ये स्पाइक बच सकते हैं। और साढ़े जोड़े मरीज़ ने जो हॉस्पिटल जाते हैं या जोड़िया मौतां हुई ने, उन्होंने याद है जो शुरुआत की सी 2-3 होंगे से साढ़े बंदे जाते, फिर 200 ते पहुँच के, फिर 300 ते पहुँच के, और 1000 बंदा डेली बीमार हो रहा है। और डेरा बीमार होने तो इलावा आ देख लो मेरे को आंकड़े पे ने थोड़े कोल रहे। अज के दिहाड़े 1035 बंदे नवे केस आए ने और 36 बंदियां की मौत हुई है। टोटल मौतां साड़ियाँ 706 और 27,936 साढ़े केस बने ने जिन्होंने बीमारियां लग चुकी। वो 17,839 तो वापस चले गए घर ठीक होके, लेकिन फिर भी कई ने जो होम क्वारंटीन दे विच ने या कुछ हॉस्पिटल दे विच ने। 142 तो साढ़े हाई डिपेंडेंसी ऑक्सीजन ते ने इस वेले अज दे दिन, और 25 लोग ने वेंटिलेटर सपोर्ट से। हुण अगर आ जिहड़ा है ना कम, ये तां रुक सकता है अगर तुसी सही समय ते अपना इलाज कराओ। मैं दसां कि तुहानूं डॉक्टर कहंदे ने कि 14-16 दिन दे 18 दिन दे विच ये बीमारी अखीर तक जाती है, एक शुरू होने तो लैके अखीर तक। ਉਹਦੇ ਵਿੱਚ ਤੁਸੀਂ अगर शुरू पहले 72 घंटिया ਦੇ ਵਿੱਚ ਤੁਸੀਂ देख लो कि मैनू जुकाम होया या मेरा बदन का दर्द है या मेरा गला खराब है, उदों ही तुसी समझो कि मैनू बीमारी होगी और डॉक्टर को सीधे जाओ तुसी। लेकिन साढ़े अपने पंजाबियों की आदत है ना कि कोई गल नहीं जी, ये कल ठीक हो जाएंगे, मौसम की गल है। ये मौसम नहीं, ये बीमारी चल रही है उरे। अगर डॉक्टर थोनू कहता मौसम की गल है, फिर शौक नाल घर वापस आ जाओ। अगर डॉक्टर कहे थोनू कोविड होया है, करोना होया है, तो इलाज कराओ। क्योंकि पहले 72 घंटिया अगर तुसी ये इलाज शुरू करा लो अपना, कोई भी नहीं मौतां हुंदियां। ये जदों सैकेंड या थर्ड स्टेज दे विच जाके अखीर लोग हॉस्पिटल जाते हैं, उदों बहुत लेट हो जाता है। फिर ऑक्सीजन से जाना पैंदा है, कदे कदे फेफड़ियां से नुकसान हो जाता है, ये चीज़ां हो जाती तां ही ये गल बध रही है। और मैं थोनू दस रहा बार बार कि अगर इहदा आपां रोकना है, तरीका एको ही है, मास्क पाओ। जिथे काम करते हो उत्थे मास्क पाओ, जो बाहर बाजार जाने हो मास्क पाओ, जिथे सड़कों पर जाने हो मास्क पाओ। मास्क पाओगे तो 75 तो 80% ताईं बीमारियां तुसी इस बीमारी नूं रोक सकते हैं। फिर दूजी गल, हथ धोना। ये शुरू तो यही मैं दस रहा सारिਆਂ नूं, हथ धो, सोशल डिस्टेंसिंग रखो। ये चीज़ां ने ਜਿਹੜੀਆਂ माहर कहते हैं दुनिया भर च, और लोग इस तो बचते हैं। हुण इस वेले पंजाब की स्पाइक शुरू है। ये बीमारियां होंदी है, जाके ऊपर नूं जाती है, फिर थले आ जाती है, फिर कुछ दिनों बाद कहते सैकेंड स्पाइक हो जाती है, किते किते हो रही है, फिर अगे जाके थर्ड होए या फोर्थ होए, ये नहीं कुछ कह सकते। ये तो समय दसूगा सानू। लेकिन जो दुनिया अमेरिका और होर जगह तो पता लग रहा है, इस तरीके नाल ये बीमारी जाती है। लेकिन ये भी पॉजिटिव गल एक है कि जदों ये वायरस है थोड़ी देर बाद ये कमज़ोर होने लग जाता है, और फिर आपां अपनी जिहड़ी देखभाल है उहदे च आपां कोई तब्दीली ले सकते हैं। लेकिन इस वेले नहीं, इस वेले आपां ने पूरी निगरानी रखनी है। और मैं तुहानूं ये दसना चाहुंदा कि मैं हुण मैनूं कुछ कदम उठाने पै रहे हैं जिहड़े तुहानूं बेशक ना पसंद होण, लेकिन साडी ड्यूटी बनती है कि मैं तुहानूं दसां कि तुसीं करो और अपने पंजाब नूं और अपने परिवारां नूं, अपने गुआंढियां नूं, अपने पंजाबियां नूं सारिਆਂ नूं आपां बचाईए। पहली गल है कि जो असीं दसदे हैं उहनूं तुसीं सिरे चढ़ाओ। ਉਹਦੇ वास्ते मास्क पाउणा जरूरी है, जो मैं हुणी तुहानूं दस के दित्ता। अंदर भी बाहर भी जिथे मर्जी, जिथे भी इन्फैक्शन आउण दा डर है या अगर तुहानूं बीमारी है किसी नूं हो चुकी है, वो अगे किसी नूं दे भी सकदा है बंदा। तो इस करके चाहे तुहानूं पता है कि तुहानूं है या नहीं है, ये तुसीं मास्क जरूर पाउणा है। मैं एक हैल्थ डिपार्टमेंट नूं कहा है कि ਜਿਹੜੇ भी लोग माइक्रो कंटेनमेंट जोन ਦੇ ਵਿੱਚ ਅਸੀਂ ਪਾਣੇ। माइक्रो कंटेनमेंट जोन की है, अगर थोड़े घर ਦੇ ਵਿੱਚ करोना है तो 4-5 घर आले दाले ਦੇ ਇਹਨੂੰ माइक्रो कंटेनमेंट जोन बना देंगे, और अगर बहुत ज़्यादा है फिर कंटेनमेंट जोन बन जाती है। लेकिन माइक्रो कंटेनमेंट जोन ਦੇ ਵਿੱਚ मैं कहा कि अगले 3 ਦਿਨਾਂ ਦੇ ਵਿੱਚ ਸਾਰਿਆਂ ਦੀ ਟੈਸਟਿੰਗ कराओ, ताकि सानू पता लग जाए कि होर थोड़े गुआंढियां नूं तां नहीं होया किते। ये मैं एक गल कर दी है।
ਔਰ ਮੈਂ ਤੁਹਾਨੂੰ 72 ਘੰਟੇ ਦਾ ਦੱਸ ਚੁੱਕਿਆ ਕਿ 72 ਘੰਟਿਆਂ ਦੇ ਵਿੱਚ ਆਪਣਾ ਜਦੋਂ ਵੀ ਤੁਹਾਨੂੰ ਲੱਗੇ ਕਿ ਮੇਰੀ ਤਬੀਅਤ ਕੁਛ ਠੀਕ ਨਹੀਂ, ਉਹ ਤੁਸੀਂ ਜਾਓ ਉੱਥੇ ਔਰ ਡਾਕਟਰ ਨੂੰ ਮਿਲੋ। ਔਰ ਇਹ ਕੋਈ ਟੈਸਟਿੰਗ ਕਰਾਉਣਾ ਕੋਈ ਇਹੋ ਜਿਹੀ ਗੱਲ ਨਹੀਂ ਕਿ ਕੋਈ ਸੱਟ ਲੱਗਦੀ ਹੈ ਜਾਂ ਕੋਈ ਇੰਜੈਕਸ਼ਨ ਬਾੜ ਦਿੰਦਾ ਵਿੱਚ ਉਰੇ, ਜਾਂ ਕੋਈ ਹੋਰ ਚੀਜ਼ ਤੁਹਾਨੂੰ ਲੱਗਦੀ ਹੈ ਜਿਹਦੇ ਨਾਲ ਤੁਹਾਨੂੰ ਲੱਗਦਾ ਹੈ ਕਿ ਮੈਨੂੰ ਕੀ ਕਹਿਣਗੇ, ਮੇਰੇ ਗੁਆਂਢੀ ਕਹਿਣਗੇ, ਕੀ ਫਰਕ ਪੈਂਦਾ। ਮੈਂ ਅੱਜ ਸਵੇਰੇ ਕਰਾਇਆ ਆਪਣਾ, ਮੈਂ ਅੱਜ ਤੋਂ ਕੋਈ 15-20 ਦਿਨ ਪਹਿਲਾਂ ਉਦੋਂ ਵੀ ਕਰਾਇਆ ਸੀ। ਤਾਂ ਕੀ ਹੈ, ਕਰਾ ਲਓ, ਇਹ ਤਾਂ ਕੁਝ ਵੀ ਨਹੀਂ ਹੈ। ਤਾਂ ਛੋਟਾ ਸਵਾਬ ਲੈਂਦੇ ਨੇ, ਸਵਾਬ ਲੈ ਕੇ ਟੈਸਟ ਕਰ ਦਿੰਦੇ ਨੇ, ਔਰ ਇਹ ਬਹੁਤ ਜ਼ਰੂਰੀ ਹੈ। ਮੈਂ ਅੱਜ ਕਰਾਇਆ ਔਰ ਇਹਦੇ 'ਚ ਕੋਈ ਇਹੋ ਜਿਹੀ ਗੱਲ, ਇਹ ਫੀਲਿੰਗ ਨਹੀਂ ਹੋਣੀ ਚਾਹੀਦੀ ਕਿ ਮੈਨੂੰ ਕੀ ਕਹਿਣਗੇ ਲੋਕ ਅਗਰ ਮੈਂ ਟੈਸਟ ਕਰਾਵਾਂ। ਤਾਂ ਕੀ ਕਰਨਗੇ ਲੋਕ? ਕੁਝ ਵੀ ਨਹੀਂ ਕਹਿਣਗੇ। ਸਾਰੀ ਦੁਨੀਆ ਕਰਾ ਰਹੀ ਹੈ, ਸਾਰੇ ਉਰੇ ਨਹੀਂ ਹਿੰਦੁਸਤਾਨ, ਸਾਰੀ ਦੁਨੀਆ ਦੇ ਵਿੱਚ ਇਹ ਹੋ ਰਿਹਾ ਟੈਸਟਿੰਗ। ਤਾਂ ਅਗਰ ਤੁਸੀਂ ਆਪਣਾ ਕਰਾ ਲਓ ਤਾਂ ਕੀ ਵੱਡੀ ਗੱਲ ਹੈ। ਤਾਂ ਸਮਾਜ ਵਾਸਤੇ ਅੱਛਾ ਹੈ, ਤੁਹਾਡੇ ਪਰਿਵਾਰ ਵਾਸਤੇ ਠੀਕ ਹੈ, ਤੁਹਾਡੇ ਗੁਆਂਢ ਵਾਸਤੇ ਠੀਕ ਹੈ, ਅਤੇ ਤੁਸੀਂ ਕਰਾਓ। ਮੈਂ ਕਰਾਉਣਾ, ਮੈंने ਸਾਰੇ ਜੋ ਇੱਥੇ ਘਰ 'ਚ ਨੇ ਸਾਰਿਆਂ ਦੇ ਮੈਂ ਟੈਸਟ ਕਰਵਾਏ ਨੇ। ਅੱਜ ਕੀ ਗੱਲ ਹੈ ਵਿੱਚ। ਦੂਸਰਾ, ਮੈਂ ਅੱਜ ਇਹ ਵੀ ਬੇਨਤੀ ਕਰਦਾ ਸਾਡੇ ਧਾਰਮਿਕ ਜਿਹੜੇ ਸੰਸਥਾਵਾਂ ਨੇ ਉਹਨਾਂ ਦੇ ਮੁਖੀਆਂ ਨੂੰ ਕਿ ਤੁਸੀਂ ਵੀ ਆਪਣੇ ਤੌਰ 'ਤੇ ਆਪਣੇ ਟੈਸਟ ਵੀ ਕਰਾ ਲਓ, ਔਰ ਤੁਸੀਂ ਸਾਰੀ ਆਪਣੀ ਸੰਗਤ ਨੂੰ ਵੀ ਕਹੋ ਕਿ ਟੈਸਟਿੰਗ ਕਰਾਉਣ। ਇਹ ਆਪਣੇ ਪਿੰਡਾਂ ਨੂੰ ਬਚਾਉਣਾ, ਆਪਣੀ ਸੰਗਤ ਜਦ ਬਹਿੰਦੀ ਹੈ ਉਹਨਾਂ ਨੂੰ ਇੱਕ ਦੂਜੇ ਨੂੰ ਬਚਾਉਣਾ, ਇਹ ਜ਼ਰੂਰੀ ਹੈ। ਅੱਜ ਮੈਨੂੰ ਕੁਝ ਕਦਮ, ਜੈਸੇ ਮੈਂ ਤੁਹਾਨੂੰ ਕਿਹਾ, ਮੈਨੂੰ ਚੱਕਣੇ ਪੈਣਗੇ। ਇੱਕ ਸਾਡਾ ਸਰਚ ਕਿਉਂਕਿ ਆਉਣ ਵਾਲਾ ਹੈ ਕੁਝ ਹਫ਼ਤਿਆਂ ਦੇ ਵਿੱਚ, ਸਾਨੂੰ ਇਹਦੇ ਵਾਸਤੇ ਹੁਣ ਤਿਆਰੀ ਕਰਨੀ ਪਊ। ਆਹੀ ਤਿਆਰੀ ਜੋ ਮੈਂ ਤੁਹਾਨੂੰ ਅੱਜ ਦੱਸੀ ਹੈ। ਵੱਡੇ ਜਿਹੜੇ ਸ਼ਹਿਰ ਨੇ ਸਾਡੇ, ਉਹਨਾਂ ਦੇ ਵਿੱਚ ਅਸੀਂ ਇਹਨੂੰ ਸੈਕਟਰ 'ਚ ਅਸੀਂ ਵੰਡ ਰਹੇ ਹਾਂ, ਔਰ ਇੱਕ ਨੋਡਲ ਆਫਿਸਰ ਲਗਾ ਰਹੇ ਹਾਂ ਇੱਕ ਸੈਕਟਰ ਦੇ ਵਿੱਚ, ਜਿਹੜੀ ਆਪਣੇ ਹੈਲਥ ਟੀਮਸ ਦੇ ਨਾਲ ਉਹਨਾਂ ਦੀ ਅਸਿਸਟੈਂਟ ਕਰਕੇ ਉਹਨਾਂ ਦੀ ਇਹ ਚੈਕਿੰਗ ਵਗੈਰਾ ਕਰੂਗੀ। ਤੁਸੀਂ ਉਹ ਨੋਡਲ ਆਫਿਸਰ ਨੂੰ ਸੰਪਰਕ ਕਰਨਾ ਜਿੱਥੇ ਤੁਸੀਂ ਕੋਈ ਟੈਸਟਿੰਗ ਵਗੈਰਾ ਕਰਾਉਣੀ ਹੋਏ। ਰਾਤ ਦੀ ਕਰਫਿਊ ਇਹ ਜ਼ਿਆਦਾ ਹੁੰਦਾ ਹੈ, ਕੰਮ ਦਫ਼ਤਰਾਂ ਵਗੈਰਾ ਵਿੱਚ ਤਾਂ ਹੁੰਦਾ ਹੀ ਹੈ, ਲੇਕਿਨ ਉਹਦੇ ਵਾਸਤੇ ਤਾਂ ਤੁਸੀਂ ਮਾਸਕ ਪਾ ਕੇ ਦੇਖ ਰਹੇ ਹੋ। ਲੇਕਿਨ ਸੋਸ਼ਲ ਡਿਸਟੈਂਸਿੰਗ ਔਰ ਸੋਸ਼ਲਾਈਜ਼ਿੰਗ ਜਿਹੜੀ ਹੁੰਦੀ ਹੈ, ਘਰਾਂ ਨੂੰ ਸ਼ਾਮ ਨੂੰ ਇੱਕ ਦੂਜੇ ਦੇ ਵਿੱਚ, ਘਰਾਂ ਦੇ ਵਿੱਚ ਜਾਣਾ, ਗੁਆਂਢ ਦੇ ਵਿੱਚ ਦੋਸਤਾਂ ਨੂੰ ਮਿਲਣਾ, ਸਾਰਿਆਂ ਦੀ ਆਦਤ ਹੈ। ਲੇਕਿਨ ਔਰ ਮੈਂ ਇਹ ਵੀ ਚਾਹੁੰਦਾ ਕਿ ਤੁਸੀਂ ਇਹ ਕਰਦੇ ਰਹੋ, ਕਿਉਂਕਿ ਇਹ ਤਾਂ ਨਹੀਂ ਸਦਾ ਵਾਸਤੇ ਕੋਈ ਘਰ 'ਚ ਬਹਿ ਕੇ ਪੈ ਸਕਦਾ ਬੰਦੇ ਨੂੰ। ਲੇਕਿਨ ਇਹ ਔਖੀ ਘੜੀ ਦੇ ਵਿੱਚ ਤੁਹਾਨੂੰ ਇਹ ਸੋਚਣਾ ਪਊ ਕਿ ਇਹਦੇ ਨਾਲ ਆਪਣੀ ਬਿਮਾਰੀ ਵੱਧ ਸਕਦੀ ਹੈ। ਇਸ ਕਰਕੇ ਜਿਹੜੇ ਵੱਡੇ ਸ਼ਹਿਰ ਨੇ ਸਾਡੇ, ਉਹਨਾਂ ਦੇ ਵਿੱਚ 9 ਵਜੇ ਤੋਂ ਲੈ ਕੇ ਸ਼ਾਮ ਨੂੰ 5 ਵਜੇ ਸਵੇਰ ਤੱਕ ਮੈਂ ਕਰਫਿਊ ਲਗਵਾ ਰਿਹਾ। ਇੱਥੇ ਨਾਈਟ ਕਰਫਿਊ ਹੋਏਗੀ, ਔਰ ਕੋਈ ਸਿਰਫ ਇੰਡਸਟਰੀ ਨੂੰ ਛੱਡ ਕੇ ਬਾਕੀ ਕੋਈ ਇੱਥੇ ਇੱਕ ਦੂਜੇ ਨੂੰ ਬਾਹਰ ਤੁਸੀਂ ਜਾ ਨਹੀਂ ਸਕੋਗੇ 9 ਵਜੇ ਤੋਂ 5 ਵਜੇ ਤੱਕ, ਤਾਂ ਕਿ ਸੋਸ਼ਲਾਈਜ਼ਿੰਗ ਨੂੰ ਅਸੀਂ ਥੋੜ੍ਹੀ ਘਟਾਈਏ। ਦੂਸਰੀ, ਜਦੋਂ ਤਾਈਂ ਤੁਹਾਨੂੰ ਬੜੀ ਲੋੜ ਨਾ ਪਵੇ ਕਿ ਮੈਂ ਜਾਣਾ ਹੈ ਕਿਤੇ, ਡਾਕਟਰ ਕੋਲ ਜਾਣਾ ਹੈ, ਕੋਈ ਦਫ਼ਤਰ ਦੇ ਵਿੱਚ ਮੇਰਾ ਕੰਮ ਹੈ, ਘਰ 'ਚ ਰਹੋ, ਘਰ ਤੋਂ ਬਾਹਰ ਨਾ ਜਾਓ, ਨਿਕਲੋ। ਤੁਸੀਂ ਐਸੈਂਸ਼ੀਅਲ ਸਰਵਿਸਿਜ਼ ਕੋਈ ਕਿਸੇ, ਜੈਸੇ ਮੈंने ਕਿਹਾ, ਉੱਥੇ ਜਾਣਾ ਹੋਏ ਤੁਸੀਂ ਸ਼ੌਕ ਨਾਲ ਜਾਓ, ਲੇਕਿਨ ਇਹ ਜ਼ਰੂਰ ਕਰੋ। ਇਹ ਜਿਹੜਾ ਮੈਂ ਤੁਹਾਨੂੰ ਦੱਸ ਰਿਹਾ, ਇਹ ਇਸ ਵੇਲੇ ਰੱਖ ਰਹੇ ਅਸੀਂ ਲੁਧਿਆਣੇ, ਪਟਿਆਲੇ ਅਤੇ ਜਲੰਧਰ ਦੇ ਵਿੱਚ। ਇੱਥੇ ਜ਼ਿਆਦਾ ਕੇਸਿਸ ਹੋਏ ਨੇ। ਅੰਮ੍ਰਿਤਸਰ ਨੇ ਆਪਣੇ ਆਪ ਨੂੰ ਕੰਟਰੋਲ ਕਰ ਲਿਆ, ਜੋ ਮੈਂ ਗੱਲਾਂ ਦੱਸ ਰਿਹਾ ਉਹ ਕੰਟਰੋਲ ਕਰ ਗਿਆ, ਤਾਂ ਉਹ ਡਾਊਨ ਆ ਗਿਆ ਅੰਮ੍ਰਿਤਸਰ ਦਾ। ਤਾਂ ਅੰਮ੍ਰਿਤਸਰ ਨੂੰ ਇਸ ਵੇਲੇ ਅਸੀਂ ਇਹਦੇ ਸ਼ਾਮਲ ਨਹੀਂ ਕਰ ਰਹੇ। ਆਹ ਜਿਹੜਾ ਮੈਂ ਤੁਹਾਨੂੰ ਦੱਸਿਆ ਘਰ 'ਚ ਰਹਿਣਾ, ਇਹ ਇਸ ਵੇਲੇ ਹੈ ਲੁਧਿਆਣਾ, ਪਟਿਆਲਾ ਅਤੇ ਜਲੰਧਰ, ਔਰ ਖਾਸ ਕਰਕੇ ਸ਼ਨੀਚਰਵਾਰ ਔਰ ਐਤਵਾਰ ਨੂੰ। ਔਰ ਇੱਕ 2 ਹਫ਼ਤਿਆਂ ਦੇ ਬਾਅਦ ਅਸੀਂ ਇਹਨੂੰ ਰਿਵਿਊ ਕਰਾਂਗੇ, ਲੇਕਿਨ ਖਾਸ ਕਰਕੇ ਇਹ ਸੋਸ਼ਲਾਈਜ਼ਿੰਗ ਕੰਮ ਤੁਸੀਂ ਆਪਣੇ ਘਰਾਂ ਦੇ ਵਿੱਚ ਰਹੋ, ਔਰ ਤੁਸੀਂ ਆਪ ਦੇਖੋਗੇ ਕਿ ਜਿਹੜੇ ਹੁਣ ਅੰਕੜੇ ਵੱਧ ਰਹੇ ਨੇ ਆਪਣੇ ਸ਼ਹਿਰਾਂ ਦੇ ਵਿੱਚ, ਉਹ ਘਟਣ ਲੱਗ ਜਾਣਗੇ। ਜਿਹੜੇ ਮੈਰਿਜ ਪੈਲੇਸ ਨੇ, ਰੈਸਟੋਰੈਂਟ ਨੇ, ਦਫ਼ਤਰ ਨੇ, ਜਿੱਥੇ 10 ਬੰਦੇ ਤੋਂ ਜ਼ਿਆਦਾ ਹੋਣ, ਇੱਕ ਕੋਵਿਡ ਮੋਨੀਟਰ ਅਸੀਂ ਅਪੁਆਇੰਟ ਕਰਾ ਰਹੇ ਹਾਂ। ਤੁਸੀਂ ਇੱਕ ਬੰਦਾ ਆਪਣਾ ਮੋਨੀਟਰ ਬਣਾ ਲਓ, ਜੋ ਡੇਲੀ ਇਹਦੇ 'ਚ ਦੇਖੇ ਕਿ ਕਿੰਨੇ ਬੰਦੇ ਆਏ, ਕੀ ਹੈ, ਉਹਨਾਂ ਨੂੰ ਮਾਸਕ ਪਾ ਰਹੇ ਨੇ ਜਾਂ ਨਹੀਂ ਪਾ ਰਹੇ, ਸੋਸ਼ਲ ਡਿਸਟੈਂਸਿੰਗ ਰੱਖਣੇ, ਸੈਨੀਟਾਈਜੇਸ਼ਨ ਰੱਖਣੇ, ਉਹਦਾ ਮਤਲਬ ਹੱਥ ਧੋਣਾ। ਐਂਡ ਸਾਡੀ ਟੀਮਾਂ ਜਾਣਗੀਆਂ ਔਰ ਜਾ ਕੇ ਜ਼ਰੂਰ ਉੱਥੇ ਜਾ ਕੇ ਸਾਰਿਆਂ ਨੂੰ ਚੈੱਕ ਕਰਨਗੀਆਂ ਕਿ ਉੱਥੇ, ਔਰ ਅਗਰ ਤੁਸੀਂ ਨਹੀਂ ਕੀਤਾ ਤਾਂ ਫਿਰ ਸਾਨੂੰ ਪੀਨਲਾਈਜ਼ ਕਰਨਾ ਪੜੇਗਾ, ਚਲਾਨ ਕਰਨੇ ਪੈਣਗੇ। ਮੈਨੂੰ ਅੱਛਾ ਨਹੀਂ ਲੱਗਦਾ ਚਲਾਨ ਕਰਨਾ ਪੈਂਦਾ, ਪਰ ਦੇਖ ਲਓ, ਆਹ ਦੇਖੋ, ਇਹ ਪਹਿਲਾ ਦਿਨ ਹੈ ਮੇਰਾ ਖਿਆਲ ਅੱਜ
जिथे मेरे को जो आंकड़े आए ने कि 4000 तो घट चलान होए ने ये मास्क दे, नहीं तो 4 तो 6000 के दरम्यान रोज़ हो रहे ने मार्च तो लेके अज तक। और हुण ऐतकी मेरे 3000 कुछ से सवेर वेले। तो ये अच्छी गल है, लोग हुण मनन लग गए ने गल और समझन लग गए कि बीमारी की चीज़ है। अच्छा, जेड़े लोग ने जेड़े हाई सोशल कॉन्टैक्ट है, जेड़ा मतलब लोगों को मिलवर्तन ज़्यादा रखते हैं, चाहे कोई दुकानदार वाले होन या जो होर तो पुलिस वाले होन या कोई होर महकमे के बंदे होन जिन्हां नाल संपर्क जुड़ता है रोज़ ही लोगों का, उन्हां दा एक हफ्ते दे विच असीं हुण अगली एक हफ्ते टेस्टिंग पूरी करा देंगे। तुसीं बड़े औखी घड़ी दे विचों गुजरे हैं सारे ही, आपां तुसीं मैं सारे ही, मैं पर थोड़ा धन्नवादी हैं कि जिन्हां ने मेरे आके ला के ये अपने आप नूं इस जो असीं दसदे हैं सरकार वालों वो कदम तुसीं चुके ने, जिहदे करके तुसीं भी बचे हो और तुहाडे नाल दे भी बचे ने। और मैं हुण एक बार फिर बेनती करदा जिहड़े इस काम च थोड़े अनगहली करते हैं वो तुसीं मेरी गल मनो और आपां अपने पंजाब परिवार नूं और अपने शहर नूं और अपने मुहल्ले नूं सारिਆਂ नूं आपां बचाइए। एक तुहानूं खुशी होएगी कि असीं टेस्टिंग बढ़ा रहे हैं, 4 टेस्टिंग फैसिलिटीज़ असीं नवीं कर दित्तियां, जलंधर, लुधियाना, खरड़ ते मोहाली। इस वेले साडा 1300 टेस्ट है। जब शुरू होया सी मार्च विच असीं 200 से हुण 13000 टेस्ट है असीं साडा 13000 टेस्ट अज, और इस महीने की अखीर तक असीं इस 13000 नूं 20000 पहुँचा देना। तो थोड़े को टेस्टिंग असी कमी नहीं कोई रहन देनी, ये रखांगे। और इसे प्लाज्मा बैंक भी असी इस नूं रख रहे हैं इस वेले। प्लाज्मा बैंक साडा पटियाला बैंक पहला शुरू हो गया सी, हुण अमृतसर ते फरीदकोट शुरू हो रहा है ताकि इस नूं असी कवर सारे पंजाब नूं कर सकीए। और जेड़े अज मैं उन्हां नूं भी बेनती करदा जिन्हां नूं एक बार बीमारी हो गई, वाहिगुरू की कृपा नाल तुसीं हुण ठीक हो और ठीक रहो, थोड़े परिवार भी सुखी रहन। लेकिन तुसी समाज वास्ते एक गल कर सकते हो, बाकी अपने साथी पंजाबियों वास्ते तुसी अपनी खून प्लाज्मा जाके ये बैंकों के विच दिओ, क्योंकि सानू लोड़ पैंदी रहती है डॉक्टर्स नूं। और अगर तुसी दिओगे बैंक स्टोर हो जाएंगे, और जदों कोई इहो जिहा बीमारी का कोई सर्ज आएगा उत्थे शायद वो डॉक्टर उसनूं इस्तेमाल कर सकन। ये मेरी आप नूं बेनती है। थोड़े जैसे हर महीने हर हफ्ते मैं सवाल थोड़े लेना, मैं हुण थोड़े सवाल देखांगा। तुसी चचराड़ी जगराओं तो तुसी कहने हो कि साडे असीं इत्थे बड़े नशे दे मसला है, तो शरणजीत सिंह लिखते हैं जगराओं तो। शरणजीत, ये मसला नहीं होना चाहिए, क्योंकि साडी जिहड़ी STF है स्पैशल टास्क फोर्स, हरप्रीत सिद्धू जी साढ़े सीनियर अफसर ने ADGP, उन्होंने अधीन वो सारे किते पंजाब च बड़े चौकस ने, उन्होंने बंदे सारे लगे हुए ने। अगर ये उन्होंने मैं थोड़े ये दसूँगा ताकि थोड़े इत्थे बिल्कुल पड़ताल करन कि कौन कर रहा है और कौन ये बदमाशी कर रहा है इत्थे पिंड। असीं ये नहीं होने देनी कि किसी पिंड दे विच खुलम खुला ये लोग करन लग जाण। बहुत लोग असीं फड़े ने और असीं छड्डना नहीं अगर इहो जी गल करते रहन। सनी पदम जी भोगपुर तो कहते हैं कि साडा एक पुल की लोड़ है, वो असी मैनू पता है थोड़े पुल की लोड़, ये कोई टैक्नीकल है प्रॉब्लम सियाँ, वो टैक्नीकल प्रॉब्लम असी हुण रिजॉल्व कर रहे हैं। साढ़े टैक्नीकल एडवाइज़र जा चुके हैं और ये अगले साल तक ये पुल थोड़ा असी बना के देवांगे। कुछ उहदे च टैक्नीकल घाट है, वो हुण ये साढ़े एडवाइज़र जाके ये देखणगे, साढ़े टैक्नीकल एडवाइज़र। और मैं उन्होंने कहा है कि जो मर्जी करना है पर अगले साल तक एक खत्म करना पऊगा थोड़ा। गुरजीत सैनी जी गुरदासपुर तो कि कई बसां आउंदियां ने यूपी तो, इन्हां दे विच कोविड वधदा है, तुसीं एक्शन लो। ਜਿਹੜੀਆਂ बस आउंदियां ने बसां असी एक्शन लैने हैं, इनू असी ट्रेसिंग कहने हैं। ट्रेसिंग जिथे हुंदी है जदों कोई बंदा निकल के बगैर जाए अपने जिथे उत्थे टेस्टिंग साडे करवाए बगैर वो चला जाए किसी होर पिंड, अपने पिंड च या किसी होर पिंड च, फिर उन्होंने असी ट्रेस करते हैं। ट्रेस करके मेरा ख्याल साढ़े असी कोई 30,000 बंदा ट्रेस कर चुके हैं। और ਉਹਦੇ ਵਿੱਚੋਂ ਇਹ हैरानी होगी ਤੁਹਾਨੂੰ सुन के कि 6,000 बंदे पॉजिटिव निकले। ਹੁਣ ਇਹ समझ लो कि उन्होंने किन्ने अगे
किन्ने अगे लोगों को ये दिता होना। तो इस करके मैं थोड़ी गल मैं समझदा ठीक है और इसका कोई हल कढ़ांगे कि जेडे बस आ रहे हैं यूपी वगैरह हो तो कि कैसे लोगों का होर उसे प्रबंध किया जाए कि मौके पर ही असी टेस्टिंग इन्हां दी करा दीए। पहला सानू साढ़े कोल इन्नी टेस्टिंग का प्रबंध नहीं सी, हुण असी 20,000 ते पहुँचण लगे हैं और मेरा ख्याल हुण असी कर सकांगे इसनूं। तुसीं ये भी पुछिआ टेस्टिंग कैपेबिलिटी, मैं तुहानूं दसदी कि साढ़े तां एक समय ते 200 टेस्ट हुंदे सी दिन च, हुण असी 20,000 ते पहुँचांगे इस महीने के अखीर च और इसनूं अगे वधावांगे। और असी मेरा ख्याल अपनी आबादी के लिहाज नाल साड़ी 30 करोड़ 20 लाख आबादी है, उसके लिहाज नाल साड़ी टेस्टिंग अज तकरीबन ही नंबर 1 ते होनी है। होर बड़े बड़े सूबे ने जिथे टेस्टिंग के नंबर ज़्यादा लगते हैं लेकिन उन्होंने आबादी तो साथों 10 गुणा ज़्यादा है, यूपी वर्गे सूबे। सो उस करके साड़ी पॉपूलेशन के लिहाज नाल आबादी के लिहाज नाल असी काफ़ी उपर हैं इस वे। एक मैं मनु तिवाड़ी तो क्या तरन तारण तो लिखते हैं और मैनू समझ नहीं आती कि क्यों तुसीं इन्ने क्यों तुसीं घबराए हुए हो, क्योंकि ये मैनू बिल्कुल थोड़ा सवाल अच्छा नहीं लगता। मैं लेकिन मैं दे रहा अज क्योंकि मैं समझदा कि थोड़ा समझना चाहिए कि गलत गल तुसीं कह रहे हो। तुसीं कह रहे हो कि मैं जहर पीण नूं तैयार है, आ जिहड़ी शराब हुई है उत्थे तरन तारण दे विच, अगर मेरे परिवार नूं 5 लाख रुपया मिल सके। ये कोई गल है करन दी? दसो। बच्चे ने थोड़ी फैमिली है, थोड़े गुआढ़ी, थोड़े रिश्तेदार ने, ये कौन है जी गल सोचता है? जिथे तक थोड़ा सवाल है थोड़ी सपोर्ट का, ये तुसी रूरल फार्मेसी विच कॉन्ट्रैक्ट एम्पलॉय है। कॉन्ट्रैक्ट एम्पलॉय साढ़े 42,000 ने पंजाब च, और मैं एक कैबिनेट सब कमेटी बनाई हुई है देखण नूं कि जिहड़े 42,000 साढ़े कॉन्ट्रैक्ट साढ़े मुलाजम ने उन्होंने असी पक्का कैसे कर सकीए। तो आ गल कढ़ो अपने दिमाग के विचों। एक लोग जिहड़े मरे ने, बहुत अफसोस जिहड़े लोग मरे ने और 5 लाख ले रहे ने, ये तो बेचारे बहुत ही गरीब बंदे से जिन्हों ने एक गलत चीज़ पी है। और जिहड़े बंदे से असी फड़ ले सारे, किसी नूं नहीं असी छड्डांगे, बड़ा होए छोटा होए बचालना होए जो मर्जी होए, असी इहनूं एक नहीं छड्डदे। और इन्हां नूं एक गल मैं तुहानूं दस देना, कोई परमानेंट जॉब असी सरकार दे विच नहीं दे रहे। ये तो असी उन्होंने मैं कहा सी उत्थे और असी करांगे कि इन्हां परिवारां दे विचों एक बंदे नूं, क्योंकि जिहड़ा कमाउण वाला बंदा सी वो मर गया, तो एक बंदे नूं असी प्राइवेट सैक्टर दे विच किते ना किते नौकरी लैण दी असी उन्हां नूं देवांगे, लैके देवांगे। ये मैं कहा सी ताकि वो अपने परिवारां वास्ते कमा सके। कितनी देर चल जूगा 5 लाख रुपया? अगर 2-4 बच्चे ने उन्होंने पढ़ना है, उन्होंने रहना है, तो थोड़ी देर च मुक जाना काम। ये जरूरी है कि कोई कमाउण वाला होए, और ये मैं गल कही सी उत्थे, तो ये गल बिल्कुल नहीं करनी सी। तुसी एक होर मैनूं पुछदे ने पिंडर सोमल जी, तुसी कह रहे हो कि तहसील दे विच कई लोग इत्थे सातों रिश्वत मंगदे ने। ये बीमारी है साडे पंजाब च, इहनूं मैं कढना पऊगा सानूं। और तुसी मैनूं मैं थोड़ा चैक करवाना की हो रहा थोड़े उत्ते पिंड दे विच, और असी सख्ती नाल ये डील करांगे। लेकिन ये थोड़े कल्ले पिंड च नहीं, सारे पंजाब दे विच ही घुम्या ये चल रहा काम, और ये वह बिल्कुल इसनूं नहीं होण देना इत्थे। और असी जिथे जिथे सानूं कराउणा पऊगा, मैं विजिलेंस नूं कहूँगा, होरां नूं कहूँगा, असी सख्ती करांगे इस 'ਚ। ये परमप्रीत जी लुधियाने तो कि थोड़ी बस्ती जोधेवाल तो मत्तेवाड़ा फॉरेस्ट तक 156 पिंड ने 2 हल्कियां दे विच, लुधियाने ईस्ट ते सानेवाल। ये सड़क की बहुत रिपेयर खराब है, लिंक रोड होएगी, मैं जरूर ये लिंक रोड का चैक करांगा। लेकिन जिहड़ा एक हुण ताईं सानूं पता लग्या है कि लिंक रोड के 3 हिस्से ने, एक पासे का तैयार हो गया, तीसरे पासे का तैयार हो गया, विचारला एरिया रह गया, वो कोई सूएज की प्रॉब्लम है। वो पानी पता नहीं क्यों उत्थे आउंदा है, वो तो कहते पानी नहीं आता, पर वो नदी वो बन जाती है जिस तरीके नाल है। तो इस वेले साडी टीम लगी हुई है देखण नूं पहला
कि क्यों इस सीवेज का पानी कितों आता है और इनू कैसे रोक सकते हैं। जैसे ही वो खत्म करके उन्होंने कोई पानी का रुख कोई होर बनाता, असी इन्नी सड़क नूं असी पूरी कर देंगे। जसविंदर बराड़ जी कोट सुखिया तो किसान कहते जी लुटे जाते ने, बनौटी खाद वगैरह और ये पेस्टिसाइड वगैरह ये बेचे जा रहे हैं। ये बड़ी देर तो ये गल चल रही है। ये इत्थे बनौटी बेचण वाले भी बड़े बदमाश ने। एक मैं थोनू दसना चाहुंदा, तुसीं एक गल तो यह करो, जब तुसीं कोई खरीदते हो ना तुसीं बिल लो, जब तुसीं बिल लैंदे हो फिर कोई निकल नहीं सकता इहदे विचों। बिल लैके इहदी पेमेंट करो। और यदि मैं हुण कहना अपने महकमे नूं कि अगले इस महीने पूरी पंजाब दे विच असीं ड्राइव करांगे कि एक मुहिम चलावांगे कि ये जिहड़े भी साडे सप्लायर ने उन्हां दी चैक होएगी, उन्हां दे खाद दी भी और उन्हां दे पेस्टिसाइड भी, कीड़े मार दवाइयां दी भी। एक तुसीं मैनू पुछिया वरिंदर कुमार जी ने कि मैं एक गड्डी खरीदी सी, मैं लोन लिता सीगा ये तो बैंक तो, फाजिलका बैंक, AU बैंक है, एक छोटा बैंक है नंबर, और एक करके हुण फिर मेरी क्योंकि गड्डी मेरी चक के लै गई। हुण साडे जिहड़ा तुसीं लोन लिता सीगा हरियाणे दे बैंक चों, पंजाब दा बैंक नहीं सी दे विचों नहीं लिता, तुसीं हरियाणे दा कोई बैंक इन्हां दा बैंक दा कोई ब्रांच सीगा ਉਹਦੇ ਵਿੱਚ ਤੁਸੀਂ ਲਿੱਤਾ। लेकिन फिर भी थोड़े वास्ते असीं ये चैक करांगे इस बैंक तो ਜਿਹੜੇ पंजाब ਦੇ ਵਿੱਚ ब्रांचेस ने कि ਇਹਦੇ थोड़ा ਇਹਦਾ कैसे हल ਅਸੀਂ ਕੱਢ ਸਕੀਏ। ਤੁਸੀਂ ਪੁੱਛਿਆ ਸੀ कि एजुकेशन माफिया उरे चल रही है। टीचर ने रतिंदर जल्लू जी कि साथों लोगों तो पूरा पैसा लेंदे ने और सानू बड़ी घੱਟ तनख्वाह दिंदे ने। ਤੁਸੀਂ टीच करते हो उत्थे, और ये चैरिटेबल ट्रस्ट के विचों होनी चाहिए है या सेंट्रल गवर्नमेंट ट्रस्ट, पता नहीं की सिस्टम है। चाहे चैरिटेबल ट्रस्ट है, चाहे सेंट्रल गवर्नमेंट कोई होर किस्म का ट्रस्ट या कोई होर किस्म का इन्हां दी कोई बनाई होनी है कंपनी, मैनू नहीं पता। लेकिन किसी को ये नहीं अधिकार कि थोड़ा अगर रखा हुआ है कि टीचर नूं मिलूगा 10,000 और थोनू दिंदे ने 5,000, ये तो बिल्कुल ये ठगी है और ये नहीं असीं होण देनी। ये वास्ते एक ट्रिब्यूनल, स्पैशल ट्रिब्यूनल बनया होया है। तुसीं अपनी कंप्लेंट लैके उत्थे जाओ। ये है सैक्टर 66 विच मोहाली दे विच, उत्थे फॉरेस्ट कॉम्पलैक्स बिल्डिंग है, उहदे विच साडे ट्रिब्यूनल दे हैड जिहड़े ने जस्टिस इंद्रजीत सिंह, ये रिटायर्ड ने हाई कोर्ट ते, ये थोड़ी गल सुनणगे और थोड़ा ये हल करनगे। ये तुसीं पुछिआ धर्मिंदर बजाज जी कि SBS नगर विच एक एलीवेटेड ब्रिज है जिहड़ा बड़ी देर तो पेंडिंग 300 मीटर के करीब पेंडिंग पे है, उसनूं कदों इहनूं खत्म किया जाऊगा। ये मैं तुहानूं दसना चाहुंदा कि ये NH 344 ये बंगा दे विच दी गल है। ये अनाउंस हो गया सी 27 जुलाई नूं। इहदे पैसे हुण पूरे आ गए ने, सब कुछ तैयार पे है और असी पेमेंट 31 अगस्त तक ये शुरुआत होनी चाहिए है बनने की। और मैं समझदा कि 15 सितंबर तो पहला ये सारा फुल स्विंग दे विच हो जाना है और जल्दी ये बन जाना है। लेकिन 31 अगस्त तक पैसे सारे पहुँच जाने ये वास्ते और सारा मटीरियल वगैरह। एक ये है पिंड प्रिंस पॉल जी पुछते हैं गुरदासपुर तो, वो तुसीं कहा कि साडे पिंड दे पानी का मसला है और साडे सप्लाई कटी गई। ये तुसीं दोनों थोड़े जिहड़े पिंड से ना, थोड़े दोनों नाल दे पिंड दोनों ने एक जुड़ी हुई एक स्कीम सी। हुण फिर ये थोड़ी मीटर वगैरह थोड़े मोटर वगैरह खराब हो गए और एक पिंड कहंदा मैं नहीं ये पाने पैंदे, दूजा कहंदा मैं नहीं पैसे पाने। फिर ये चालू नहीं हो रही सी क्योंकि थोड़े आपस का झगड़ा सी। वो हुण मैं डिप्टी कमिश्नर नूं कहता कि ये झगड़े बाद सुलझदे रहणगे। ये कल तो असी पानी थोड़ा चलाओगे। रचित बठिंडा जी, तुसीं कह रहे हो कि SAD धरने वगैरह कर रही है सारे किते एल्कोहल इलिसिट बिजनेस से, वाई यू नॉट टेकिंग एक्शन अगेंस्ट सच पीपल। कोई भी गल हुंदी है
ਕੋਈ ਨਾ ਕੋਈ ਇਹਨਾਂ ਨੂੰ ਮੁੱਦਾ ਚਾਹੀਦਾ ਹੈ ਰੌਲਾ ਪਾਉਣ ਵਾਸਤੇ। ਰੋਜ਼ ਤੁਸੀਂ ਦੇਖਦੇ ਨਹੀਂ ਆਪਣੇ ਸ਼ੋਅ ਇਸ 'ਤੇ ਇਹਦੇ ਵਿੱਚ ਜਿਹੜੇ ਫੇਸਬੁੱਕ ਆਉਂਦੇ ਨੇ ਜਾਂ ਆਪਣੇ ਟੈਲੀਵਿਜ਼ਨ ਦੇ ਉੱਪਰ ਐਸੇ ਹੀ ਫਜ਼ੂਲ ਦੇ ਜਾ ਕੇ ਇੱਥੇ ਰੌਲਾ ਪਾਉਣ ਲੱਗ ਜਾਣ। ਇਹਨਾਂ ਨੂੰ ਪਤਾ ਕੀ ਹੈ ਇਨਵੈਸਟੀਗੇਸ਼ਨ ਕਿੰਨੀ ਹੋਈ ਹੈ, ਕਿੰਨੇ ਬੰਦੇ ਪਕੜੇ ਗਏ। ਇਹ ਹੋਇਆ ਸੀ ਕੰਮ ਸ਼ੁਰੂ ਜਦੋਂ 22 ਮਾਰਚ ਨੂੰ ਲੋਕਡਾਊਨ ਹੋ ਗਿਆ ਸੀ, ਸ਼ਰਾਬ ਦੀਆਂ ਫੈਕਟਰੀਆਂ ਬੰਦ ਹੋ ਗਈਆਂ ਸੀ, ਥੋੜ੍ਹੇ L1 L2 ਸਾਰੇ ਬੰਦ ਹੋ ਗਏ ਸੀ। ਔਰ ਉਦੋਂ ਜਿਹੜੇ ਪੀਣ ਵਾਲੇ ਸੀ ਗਰੀਬ ਉਹ ਫਿਰ ਆਪਣੀ ਲਾਹਣ ਵਗੈਰਾ ਆਪਣੀ ਕੱਢਣ ਲੱਗ ਗਏ ਸੀ ਉੱਥੋਂ। ਔਰ ਉਹ ਚੀਜ਼ ਫਿਰ ਵੱਧਦੀ ਗਈ ਔਰ ਅਸੀਂ ਫਿਰ ਉਹਦੇ 'ਤੇ ਇਹੋ ਜਿਹਾ ਠੱਪਾ ਮਾਰਿਆ। ਬਹੁਤ ਲੋਕ ਅਸੀਂ ਪੰਜਾਬ ਦੇ ਵਿੱਚ ਫੜੇ ਨੇ, ਲੇਕਿਨ ਇੱਥੇ ਇੱਕ ਬੰਦਾ ਸੀ ਜਿਹਨੇ ਆਪਣੇ ਮੋਗੇ ਤੋਂ ਬਣਵਾ ਕੇ ਇੱਥੇ ਆਪਣੇ ਮਾਝੇ ਦੇ ਏਰੀਆ 'ਚ ਇੱਥੇ ਨੁਕਸਾਨ ਕਰਤਾ, ਗੁਰਦਾਸਪੁਰ ਵਿੱਚ ਵੀ, ਅੰਮ੍ਰਿਤਸਰ ਵਿੱਚ ਵੀ ਔਰ ਜ਼ਿਆਦਾਤਰ ਆਪਣੇ ਤਰਨਤਾਰਨ ਵਿੱਚ ਵੀ। ਇਹਦਾ ਮਤਲਬ ਇਹ ਨਹੀਂ ਕਿ ਅਗਰ ਅਕਾਲੀ ਦਲ ਕਹਿੰਦਾ ਹੈ ਕਿ ਤੁਸੀਂ ਐਕਸ਼ਨ ਨਹੀਂ ਲੈਂਦੇ ਕਿਸੇ ਦੇ ਖਿਲਾਫ, ਕੌਣ ਨਹੀਂ ਲੈਂਦਾ? ਉਹਨਾਂ ਨੂੰ ਕੀ ਪਤਾ ਹੈ ਕਿ ਕਿਹਨੂੰ ਅਸੀਂ ਫੜਿਆ ਕਿਹਨੂੰ ਨਹੀਂ ਫੜਿਆ? ਉਹ ਤਾਂ ਸਿਰਫ ਤੁਹਾਨੂੰ ਸੁਣਾਉਣਾ ਚਾਹੁੰਦੇ ਨੇ ਕਿ ਕਾਂਗਰਸ ਨਹੀਂ ਕਰ ਰਹੀ ਕੁਛ। ਇਹ ਗਲਤ ਬਾਤ ਹੈ। ਚਾਹੇ ਵੱਡਾ ਹੋਏ, ਚਾਹੇ ਛੋਟਾ ਹੋਏ, ਚਾਹੇ ਵਿਚਾਰਲਾ ਹੋਏ, ਚਾਹੇ ਅਫਸਰ ਹੋਏ, ਚਾਹੇ ਕੋਈ ਵੀ ਹੋਏ, ਕੋਈ ਨਹੀਂ ਇਹਦੇ 'ਚ ਬਖਸ਼ਿਆ ਜਾਊਗਾ। ਮੈਂ ਕਈ ਵਾਰ ਕਹਿ ਚੁੱਕੇ ਹਾਂ ਔਰ ਇਹੀ ਗੱਲ ਅਸੀਂ ਹੋ ਰਹੀ ਹੈ। ਅਸੀਂ ਬਹੁਤ ਲੋਕ ਅਸੀਂ ਫੜ ਚੁੱਕੇ ਉਹਨਾਂ ਨੂੰ ਔਰ ਅਸੀਂ ਅੱਗੇ ਨੂੰ ਇਹਦੇ ਵਿੱਚ ਔਰ ਪਤਾ ਨਹੀਂ ਕਿੰਨੇ ਲੱਖਾਂ ਲੀਟਰ ਅਸੀਂ ਇਹ ਲਾਹਣ ਵਗੈਰਾ ਲੈ ਚੁੱਕੇ ਹਾਂ। ਇਹਦੇ 'ਚ ਕੋਈ ਸਾਨੂੰ ਇਹ ਗੱਲ ਬਿਲਕੁਲ ਨਾ ਤੁਸੀਂ ਸਮਝੋ ਕਿਉਂਕਿ ਕੋਈ ਆਪੋਜੀਸ਼ਨ ਕਹਿ ਦੇ ਤੁਸੀਂ ਮੰਨ ਲਓ, ਇਹ ਗੱਲ ਇਹ ਨਹੀਂ ਹੈ ਸਹੀ ਗੱਲ। ਮਨਦੀਪ ਜੀ ਤੁਸੀਂ ਪੁੱਛ ਰਹੇ ਹੋ ਹੁਸ਼ਿਆਰਪੁਰ ਤੋਂ ਮਨਜੀਤ ਸਿੰਘ ਕਿ ਕਾਲਜ ਦੇ ਬੱਚਿਆਂ ਨੂੰ ਵੀ ਇਹ ਸਮਾਰਟਫੋਨ ਮਿਲਣਗੇ। ਜ਼ਰੂਰ ਮਿਲਣਗੇ। ਅਸੀਂ ਸਾਰਿਆਂ ਨੂੰ ਫੇਜ਼ ਆਊਟ ਕਰ ਰਹੇ ਹਾਂ। ਜਦੋਂ ਇੰਨੇ ਲੋਕਾਂ ਨੇ ਸਾਥੋਂ ਟੈਲੀਫੋਨ ਮੰਗੇ ਨੇ ਇਕੱਠੇ ਇੱਕ ਦਿਨ 'ਚ ਅਸੀਂ ਨਹੀਂ ਦੇ ਸਕਦੇ ਇੱਕ ਨੂੰ, ਤਾਂ ਅਸੀਂ ਪਹਿਲਾਂ ਕਿਹਾ ਸੀ 12ਵੀਂ ਜਮਾਤ ਨੂੰ, ਫਿਰ 11ਵੀਂ ਜਮਾਤ ਨੂੰ, ਇਹ ਕਰਕੇ ਅਸੀਂ ਜ਼ਰੂਰ ਕਾਲਜ ਸਟੂਡੈਂਟਸ ਨੂੰ ਵੀ ਦੇਵਾਂਗੇ। ਤੁਸੀਂ ਸਾਡੇ ਹੋ, ਤੁਸੀਂ ਮੰਗਿਆ ਔਰ ਤੁਹਾਡੇ ਜਿੱਥੇ ਮਦਦ ਹੋ ਸਕਦੀ ਹੈ ਅਸੀਂ ਜ਼ਰੂਰ ਕਰਾਂਗੇ ਤੁਹਾਡੀ ਐਜੂਕੇਸ਼ਨ ਵਾਸਤੇ। ਮਨੀ ਗਰਗ ਜੀ co-founder of Ready Motive Startups, ਤੁਸੀਂ ਕਹਿ ਰਹੇ ਹੋ ਕਿ ਤੁਸੀਂ ਵੱਡੇ ਇੰਡਸਟਰੀਅਲਿਸਟਾਂ ਨਾਲ ਮੀਟਿੰਗ ਕੀਤੀ ਹੈ ਔਰ ਉਹ ਡਿਸਕਸ਼ਨ ਸਾਨੂੰ ਅੱਛੇ ਜਿਹੜੇ अर्ਲੀ ਸਟੇਜ ਸਟਾਰਟਅਪਸ ਨੇ ਉਹਦੀ ਵੀ ਮੀਟਿੰਗ ਤੁਸੀਂ ਪਲੀਜ਼ ਕਰੋ। ਜ਼ਰੂਰ ਕਰਾਂਗੇ। ਆਈ ਵਿਲ ਇਨਫੋਰਮ ਮੈਂ ਇੰਡਸਟਰੀ ਡਿਪਾਰਟਮੈਂਟ ਨੂੰ ਕਹਿ ਦੂੰਗਾ ਕਿ ਅਸੀਂ ਤੁਹਾਡੇ ਨਾਲ ਬਹਿ ਕੇ ਤੁਹਾਡੇ ਨਾਲ ਜਿਹੜੀ ਇਹ ਜੈਸੇ ਉਹਨਾਂ ਨਾਲ ਕੀਤੀ ਸੀ ਤੁਹਾਡੇ ਸਟਾਰਟਅਪਸ ਨਾਲ ਅਸੀਂ ਗੱਲ ਕਰਾਂਗੇ ਔਰ ਦੇਖਾਂਗੇ ਕਿ ਅਸੀਂ ਤੁਹਾਡੀ ਹੈਲਪ ਹੋ ਸਕਦੀ ਹੈ। ਲੁਧਿਆਣੇ ਦੇ ਕਈ ਸੋਸ਼ਲ ਕਲਚਰਲ ਅਤੇ ਹੋਰ ਕ੍ਰੀਏਟਿਵ ਫੀਲਡ ਕਹਿੰਦੇ ਹੋ ਤੁਸੀਂ ਸਾਰੇ ਇਕੱਠੇ ਹੋ ਕੇ ਆਪਣੇ ਫੌਜੀਆਂ ਵਾਸਤੇ, ਆਰਮੀ ਵੈਟਰਨਸ ਵਾਸਤੇ ਆਪਣਾ ਕਾਰਵਾਂ ਦਾ ਇੱਕ ਗੀਤ ਬਣਾਇਆ। ਇਹ ਟੂ ਦਿਸ ਤੁਸੀਂ ਕਿਹਾ ਆਪਣੇ ਆਰਮੀ ਵੈਟਰਨਸ ਦੇ ਵਾਸਤੇ ਤੁਸੀਂ ਕੀਤਾ ਹੈ ਔਰ ਇਹ ਬੜੀ ਅੱਛੀ ਤਰ੍ਹਾਂ ਬਣ ਰਿਹਾ। ਤੁਸੀਂ ਕੁਛ ਇਹਦੇ ਬਾਰੇ ਬੋਲੋ। ਇਹ ਸ੍ਰਿਸ਼ਟੀ ਜੀ ਲੁਧਿਆਣਾ। ਬੇਟਾ ਗੱਲ ਇਹ ਹੈ ਕਿ ਫੌਜੀਆਂ ਦੀ ਜ਼ਿੰਦਗੀ ਬੜੀ ਔਖੀ ਹੁੰਦੀ ਹੈ ਔਰ ਕਈ ਬਾਰ ਤੁਸੀਂ ਦੇਖੋ ਜੈਸੇ ਸਿਆਚਿਨ ਜੈਸੀ ਜਗ੍ਹਾ ਹੈ, ਇਸ ਵੇਲੇ ਬਾਹਰ ਤੁਸੀਂ ਜਦ ਨਿਕਲਦੇ ਹੋ ਆਪਣੇ ਮੋਰਚਿਆਂ ਦੇ ਵਿੱਚੋਂ ਜਿੱਥੇ ਬੜੇ ਬਣਾਏ ਹੋਏ ਨੇ, ਬੜੀ ਠੰਡ ਉੱਥੇ ਹੋ ਜਾਂਦੀ। ਤੁਹਾਨੂੰ ਪਤਾ ਕਿੰਨੀ ਤਾਈਂ ਜਾਂਦੀ ਹੈ? -40 ਡਿਗਰੀ ਸੈਂਟੀਗ੍ਰੇਡ ਤੱਕ ਚਲੀ ਜਾਂਦੀ ਹੈ। ਆਪਣੇ ਰਾਈਫਲ ਨੂੰ ਤੁਸੀਂ ਹੱਥ ਨਹੀਂ ਲਾ ਸਕਦੇ। ਤੁਸੀਂ ਹੱਥ ਲਾਓ ਅਤੇ ਇਹ ਚੱਕੋ ਔਰ ਥੋੜ੍ਹਾ ਛਿਲਕਾ ਉੱਤਰ ਜਾਂਦਾ ਸਾਰਾ। ਤੋ ਇਹਦੇ ਵਿੱਚ ਇਹ ਉੱਥੇ ਸਾਰੀ ਜ਼ਿੰਦਗੀਆਂ ਆਪਣੀ ਗੁਜ਼ਾਰਦੇ ਨੇ ਉੱਥੇ ਰੇਗਿਸਤਾਨ ਦੇ ਵਿੱਚ, ਨਾਗਾਲੈਂਡ ਦੇ ਜੰਗਲਾਂ 'ਚ, ਹੋਰ ਪਾਕਿਸਤਾਨ ਦੇ ਸਾਹਮਣੇ ਪਹਾੜੀਆਂ 'ਚ, ਹੁਣ ਚੀਨ ਦੇ ਨਾਲ ਲਿਪਟਦੇ ਫਿਰਦੇ ਨੇ ਉੱਥੇ। ਤੋ ਇਹ ਕਦੇ ਕੁਛ ਮੰਗਦੇ ਨਹੀਂ ਉੱਥੋਂ, ਇਹ ਹਰ ਵੇਲੇ ਦਿੰਦੇ ਨੇ। ਫੌਜੀ ਜਿਹੜੇ ਹੁੰਦੇ ਨੇ ਨਾ ਉਹ ਆਪਣੀ ਡਿਊਟੀ ਕਰਦੇ ਨੇ ਤਾਂ ਕਿ ਤੁਸੀਂ ਸੁਰੱਖਿਅਤ ਰਹਿ ਸਕੋ। ਤੋ ਇਹਨਾਂ ਦਾ ਜਿਹੜਾ ਤੁਸੀਂ ਆਹ ਕਰ ਰਹੇ ਹੋ ਕਿ ਜਿਹੜਾ ਤੁਸੀਂ ਉਹਨਾਂ ਦੇ ਵਾਸਤੇ ਗੀਤ ਬਣਾਇਆ, ਮੈਂ ਬਹੁਤ ਧੰਨਵਾਦੀ ਹਾਂ ਤੁਹਾਡਾ। ਮੈਂ ਵੀ ਫੌਜ ਦੇ ਵਿੱਚ ਰਿਹਾ 10 ਸਾਲ, ਤੋ ਮੈਨੂੰ ਪਤਾ ਹੈ ਉੱਥੇ, ਕਿਉਂਕਿ ਮੈਂ ਵੀ ਚੀਨ ਦੇ ਵਿੱਚ ਰਿਹਾ ਔਰ ਮੈਂ ਆਪ ਦੇਖਿਆ ਕਿ ਕੀ ਉੱਥੇ ਗੱਲ ਹੁੰਦੀ। ਅਸੀਂ ਪੱਗ ਦੇ ਉੱਪਰੋਂ ਬੈਲਕਲਾਵਾ ਖਿੱਚ ਲੈਂਦੇ ਸੀ, ਅੱਖਾਂ ਦੇ ਉੱਪਰ ਗੋਗਲਸ ਲਾ ਲੈਂਦੇ ਸੀ ਔਰ ਜਿੱਥੇ ਥੋੜ੍ਹਾ ਸਾਹ ਆਉਂਦਾ ਸੀ ਨੱਕ 'ਤੇ ਜਾਂ ਮੂੰਹ ਦੇ ਸਾਹਮਣੇ, ਬਾਹਰਲੇ ਪਾਸੇ ਜੈਸੇ ਆਈਸੀਕਲਸ ਨੇ ਬਰਫ਼ ਜੰਮੀ ਹੁੰਦੀ ਸੀਗੀ, ਹੱਥ ਤੁਹਾਡੇ ਠਰ ਜਾਂਦੇ ਸੀ, ਬੜੇ ਮੋਟੇ ਗਲਵਜ਼ ਹੁੰਦੇ ਸੀ, ਰਾਈਫਲ ਨੂੰ ਹੱਥ ਨਹੀਂ ਲੱਗਦਾ ਸੀ। ਅਤੇ ਇਹੋ ਜਿਹਾ ਜ਼ਮਾਨਾ, ਪਰ ਬੜੀ ਖੁਸ਼ੀ ਨਾਲ ਸਾਰੇ ਜਾਂਦੇ ਨੇ। ਜਿਹੜਾ ਜਾਂਦਾ ਹੈ ਫੌਜ ਵਿੱਚ, ਸਾਡੀ ਉਹ ਇਹ ਫੌਜ ਨਹੀਂ ਹੈ ਜੋ ਜੈਸੇ ਹੁਣ ਚੀਨ ਦੇ ਵਿੱਚ 60% ਫੌਜ ਇਹ ਕੰਸਕ੍ਰਿਪਸ਼ਨ ਦੀ ਹੈ।
ਉਹਨਾਂ ਨੂੰ ਚਾਹੇ ਉਹਨਾਂ ਨੂੰ ਪਸੰਦ ਹੈ ਫੌਜ 'ਚ ਰਹਿਣਾ ਜਾਂ ਨਹੀਂ, ਉਹਨਾਂ ਨੂੰ ਵਿੱਚ ਪਾਉਂਦੇ ਨੇ, ਟ੍ਰੇਨਿੰਗ ਉਹਨਾਂ ਨੂੰ ਦਿੰਦੇ ਨੇ, 2 ਸਾਲ ਵਾਸਤੇ ਉੱਥੇ ਰੱਖਦੇ ਨੇ, 6 ਮਹੀਨੇ ਦੀ ਟ੍ਰੇਨਿੰਗ ਹੁੰਦੀ ਹੈ, ਬਾਕੀ ਆਪਣੇ ਉੱਥੇ ਸਰਵਿਸ। ਸਾਡੀ ਪ੍ਰੋਫੈਸ਼ਨਲ ਆਰਮੀ ਹੈ, ਸਾਰੇ ਬੰਦੇ ਆਪਣੇ ਦਿਲੋਂ ਜਾਂਦੇ ਨੇ ਉੱਥੇ, ਦਿਲ ਨਾਲ ਆਉਂਦੇ ਨੇ। ਤਾਂ ਇੱਥੇ ਕਦੇ ਕਦੇ ਜਦੋਂ ਤੁਸੀਂ ਦੇਖੋ, ਜਦੋਂ ਹੁੰਦੇ ਨੇ ਆਪਣੇ ਰਿਕਰੂਟਮੈਂਟ ਡਰਾਈਵ ਚੱਲਦੀ ਹੈ, ਰੱਖਣੇ ਨੇ 200 ਬੰਦੇ ਔਰ ਆ ਜਾਂਦੇ ਨੇ 20,000 ਆਪਣੇ ਭਰਤੀ ਹੋਣ ਵਾਸਤੇ। ਤਾਂ ਸਾਡੇ ਤਾਂ ਦਿਲੋਂ ਸੇਵਾ ਹੈ ਦੇਸ਼ ਦੀ। ਔਰ ਤੁਸੀਂ ਜਿਹੜਾ ਇਹ ਬਣਾਇਆ, ਇਹ ਮੈਨੂੰ ਬੜੀ ਖੁਸ਼ੀ ਹੈ। ਔਰ ਮੈਂ ਆਸ ਕਰਦਾ ਕਿ ਸਾਰੇ ਫੌਜੀ ਤੁਹਾਡੇ ਜਿੱਥੇ ਵੀ ਹੈ, ਤੁਹਾਡਾ ਜਿਹੜਾ ਗੀਤ ਹੈ ਜ਼ਰੂਰ ਤੁਹਾਡਾ ਸੁਣਨਗੇ। ਔਰ ਤੁਹਾਡਾ ਉਹਨਾਂ ਵੱਲੋਂ ਮੈਂ ਤੁਹਾਡਾ ਸਾਰਿਆਂ ਨੂੰ ਧੰਨਵਾਦ ਕਰਦਾ ਕਿ ਜਿਹੜਾ ਤੁਸੀਂ ਆਹ ਕਸ਼ਟ ਕਰ ਰਹੇ ਹੋ। ਫਿਰ ਤੇ ਸ਼ਮਸ਼ੇਰ ਸਿੰਘ ਰੰਧਾਵਾ ਜੀ ਤਰਨਤਾਰਨ ਤੋਂ ਪੁੱਛਦੇ ਨੇ ਸਕਿੱਲ ਸੈਂਟਰਸ ਕਦੋਂ ਰੀਓਪਨ ਹੋਣਗੇ। ਦੇਖੋ ਬੇਟਾ, ਕਈ ਗੱਲਾਂ ਨੇ, ਜੈਸੇ ਮੈਂ ਪਹਿਲਾਂ ਵੀ ਦੱਸਿਆ ਤੁਹਾਨੂੰ ਕਿ ਇਹ ਨੈਸ਼ਨਲ ਡਿਜ਼ਾਸਟਰ ਹੈ, ਇਹ ਪੰਜਾਬ ਦਾ ਡਿਜ਼ਾਸਟਰ ਨਹੀਂ ਕਿ ਅਸੀਂ ਕੋਈ ਫੈਸਲਾ ਕਰ ਸਕੀਏ। ਇਹ ਗਵਰਨਮੈਂਟ ਆਫ ਇੰਡੀਆ ਦੱਸਦੀ ਹੈ ਕਿ ਕੀ ਹੋ ਸਕਦਾ ਕੀ ਨਹੀਂ। ਅਸੀਂ ਜ਼ਰੂਰ ਉਹਨਾਂ ਨੂੰ ਲਿਖਿਆ ਸੀ ਕਿ ਬੱਚੇ ਚਾਹੁੰਦੇ ਨੇ ਕਿ ਜਿਮ ਖੋਲ੍ਹਣ, ਅਤੇ ਜਿਮ ਦਾ ਉਹਨਾਂ ਨੇ ਇਜਾਜ਼ਤ ਦੇ ਕੇ ਕੋਈ ਗਾਈਡਲਾਈਨਸ ਦੇ ਦਿੱਤੀ ਹੈ ਚੱਲਣ ਵਾਸਤੇ। ਹਾਲੇ ਇਹ ਜਿਹੜੇ ਆਪਣੇ ਕੋਚਿੰਗ ਸੈਂਟਰਸ ਨੇ ਜਾਂ ਤੁਹਾਡੇ ਇੱਥੇ ਸਕਿੱਲ ਸੈਂਟਰਸ ਨੇ, ਇਹਦੇ ਵਾਸਤੇ ਇਹਨਾਂ ਨੂੰ ਇਜਾਜ਼ਤ ਨਹੀਂ ਦਿੱਤੀ। ਅਗਲਾ ਉਹਨਾਂ ਦਾ ਇਸ ਮਹੀਨੇ ਦੀ ਅਖੀਰ ਤਾਈਂ ਜਿਹੜਾ ਨਵੀਂ ਗਾਈਡਲਾਈਨਸ ਆਉਣਗੀਆਂ, ਅਸੀਂ ਉਹਨਾਂ ਨੂੰ ਲਿਖ ਦੇਵਾਂਗੇ, ਲਿਖ ਕੇ ਪੁੱਛਾਂਗੇ ਕਿ ਇਹਦੇ ਵਿੱਚ ਬੱਚੇ ਉਹ ਜਾਣਾ ਚਾਹੁੰਦੇ ਨੇ ਸਕਿੱਲ ਸੈਂਟਰਸ ਦੇ ਵਿੱਚ, ਉਹਦਾ ਵੀ ਕੁਝ ਪ੍ਰਬੰਧ ਇਜਾਜ਼ਤ ਦੇਣ ਸਾਨੂੰ, ਅਤੇ ਮੈਂ ਲਿਖੂੰਗਾ। ਔਰ ਆਈ ਹੋਪ ਕਿ ਇਸ ਮਹੀਨੇ ਦੀ ਅਖੀਰ ਤੱਕ ਕਰ ਦੇਣ। ਇੱਕ ਮੀਡੀਆ ਰਿਪੋਰਟਸ ਦੇ ਮੁਤਾਬਿਕ, ਕਿਸੇ ਨੇ ਨਾਂ ਨਹੀਂ ਆਪਣਾ ਦਿੱਤਾ, ਇਹਨਾਂ ਪੁੱਛਿਆ ਕਿ 51 ਬੰਦੇ ਸਾਡੇ ਹਾਲੇ ਅਬੈਂਡਨ ਨੇ ਲੈਬਨਨ ਦੇ ਵਿੱਚ, ਲੜਾਈ ਹੋ ਰਹੀ ਹੈ ਨਾ ਉੱਥੇ, ਅਤੇ ਇਹਨਾਂ ਨੂੰ ਕੈਸੇ ਆ ਸਕਣ। ਸਿਸਟਮ ਇਹ ਹੁੰਦਾ ਹੈ ਕਿ ਤੁਸੀਂ ਆਪਣੇ ਕੌਂਸੂਲੇਟ ਕੋਲ ਜਾਓ, ਸਾਡਾ ਇੰਡੀਅਨ ਕੌਂਸੂਲੇਟ ਹੋਏਗਾ ਉੱਥੇ, ਔਰ ਉਹ ਆਪਣੇ ਜਿਹੜੇ ਜਹਾਜ਼ ਆਉਂਦੇ ਨੇ ਉੱਥੋਂ ਕੋਸ਼ਿਸ਼ ਕਰਨਗੇ ਤੁਹਾਨੂੰ ਉੱਥੇ ਕੱਢਣ ਦੀ। ਮੈਂ ਵੀ ਕੋਸ਼ਿਸ਼ ਕਰਾਂਗਾ, ਮੈਂ ਲਿਖਾਂਗਾ ਟੂ ਦੀ ਮਿਨਿਸਟਰੀ ਆਫ ਐਕਸਟਰਨਲ ਅਫੇਅਰਸ, ਤਾਂ ਕਿ ਸਾਡੇ ਕੌਂਸੂਲੇਟ ਨੂੰ ਉੱਥੇ ਦੱਸਣ ਕਿ 51 ਜਿਹੜੇ ਬੰਦੇ ਨੇ ਸਾਡੇ ਉੱਥੇ ਫਸੇ ਹੋਏ, ਉਹਨਾਂ ਨੂੰ ਕਢਾਉਣ ਦੀ ਪੂਰੀ ਕੋਸ਼ਿਸ਼ ਕਰਾਂ। ਦਿਲਪ੍ਰੀਤ ਸਿੰਘ ਜੀ ਪਟਿਆਲੇ ਤੋਂ ਕਹਿੰਦੇ ਨੇ ਕਿ ਅੱਜ ਅਖਬਾਰਾਂ 'ਚ ਆਇਆ ਕਿ ਮੌਂਟੇਕ ਸਿੰਘ ਆਹਲੂਵਾਲੀਆ ਦੀ ਰੈਕਮੈਂਡੇਸ਼ਨ 'ਤੇ ਹੈ ਕਿ ਜਿਹੜੀ ਮੁਫਤ ਦੀ ਬਿਜਲੀ ਦਿੰਦੇ ਆ ਟਿਊਬਵੈੱਲਾਂ ਨੂੰ, ਉਹ ਬੰਦ ਕੀਤੀ ਜਾਵੇ। ਇਹ ਪਲੀਜ਼ ਨਾ ਇਹੋ ਜਿਹਾ ਕੰਮ ਕੋਈ ਕਰੋ। ਆਹ ਹੈ ਰਿਪੋਰਟ ਆਹਲੂਵਾਲੀਆ ਜੀ ਦੀ ਪਹਿਲੀ ਰਿਪੋਰਟ ਜੋ ਸਾਡੇ ਕੋਲ ਆਈ ਹੈ, ਔਰ ਇਹ ਤਾਂ ਹਾਲੇ ਸ਼ੁਰੂਆਤ ਹੈ। ਇਹਨੇ ਜਾਣਾ ਹੈ ਦਸੰਬਰ ਤੱਕ, ਜਿਹੜੀ ਫਾਈਨਲ ਰਿਪੋਰਟ ਉਦੋਂ ਆਏਗੀ। ਇਹ ਤਾਂ ਸਿਰਫ ਇਹਨਾਂ ਨੇ ਸ਼ੁਰੂ ਕੀਤਾ ਹੈ ਸਾਨੂੰ ਸਾਰਾ ਕੁਝ ਭੇਜਣਾ, ਤਾਂ ਕਿ ਅਸੀਂ ਵੀ ਆਪਣਾ ਕੰਮ ਕਰ ਸਕੀਏ। ਇੱਕ ਗੱਲ ਮੈਂ ਤੁਹਾਨੂੰ ਕਹਿਣਾ ਚਾਹੁੰਦਾ, ਮੈਨੀਫੈਸਟੋ ਵਿੱਚ ਵੀ ਮੈਂ ਕਿਹਾ ਸੀ, ਔਰ ਸਦਾ ਹੀ ਅਸੀਂ, ਸਾਡਾ ਸਟੈਂਡ ਕਾਂਗਰਸ ਪਾਰਟੀ ਦਾ ਰਿਹਾ ਹੈ ਕਿ ਜਿਹੜੀ ਪਾਵਰ ਮਿਲ ਰਹੀ ਹੈ ਟਿਊਬਵੈੱਲ ਨੂੰ, ਉਹ ਕਦੀ ਵੀ ਬੰਦ ਨਹੀਂ ਕੀਤੀ ਜਾਵੇਗੀ। ਔਰ ਇਹ ਠੀਕ ਹੈ, ਇਹ ਜਿਹੜੇ ਮਾਹਰ ਨੇ ਇਹ ਆਪਣੇ ਆਪਣੇ ਵਿਊਜ਼ ਦੇਣਗੇ ਸਾਨੂੰ, ਉਹ ਫਿਰ ਕੈਬਨਿਟ ਦੇਖੇਗੀ, ਔਰ ਉਹ ਕੈਬਨਿਟ ਦੇ ਵਿੱਚ ਫਿਰ ਅਸੀਂ ਦੇਖਾਂਗੇ ਕਿ ਕਿਹੜੀਆਂ ਚੀਜ਼ਾਂ ਇਹਨਾਂ ਦੇ ਵਿੱਚ ਅਸੀਂ ਕਰ ਸਕਦੇ ਹਾਂ, ਕਿਹੜੀਆਂ ਨਹੀਂ ਕਰ ਸਕਦੇ। ਲੇਕਿਨ ਇੱਕ ਗੱਲ ਮੈਂ ਸਪਸ਼ਟ ਕਰ ਦੇਣਾ ਚਾਹੁੰਦਾ ਕਿ ਇਹਨਾਂ ਨੇ ਜਿਹੜੀ ਰਿਪੋਰਟ ਹੁਣ ਜਿਹੜੀ ਮੈਨੂੰ ਅੱਜ ਭੇਜੀ ਹੈ ਰਿਪੋਰਟ, ਉਹਨਾਂ ਨੇ ਇਹ ਨਹੀਂ ਕਿਹਾ, ਇਹ ਪਤਾ ਨਹੀਂ ਅਖਬਾਰ ਵਾਲੇ ਕਿੱਥੋਂ ਕਰ ਲੈਂਦੇ ਨੇ, ਜਿਹੜੀ ਰਿਪੋਰਟ ਆਈ ਹੈ ਉਹ ਰਿਪੋਰਟ ਦੇ ਵਿੱਚ ਉਹਨਾਂ ਨੇ ਬੜਾ ਸਪਸ਼ਟ ਕਰ ਦਿੱਤਾ ਕਿ ਇਹ ਤੁਹਾਡਾ ਪੰਜਾਬ ਗਵਰਨਮੈਂਟ ਦਾ ਤੁਹਾਡਾ ਮਸਲਾ ਹੈ, ਔਰ ਉਹ ਤੁਸੀਂ ਫੈਸਲਾ ਇਸ 'ਤੇ ਕਰਨਾ ਹੈ। ਇਹ ਨਹੀਂ ਕਿਹਾ ਕਿ ਤੁਸੀਂ ਕਰੋ, ਔਰ ਇਹ ਸਾਡਾ ਇੱਕ ਕੋਈ ਸਾਡੀ ਜਿਹੜੇ ਅਸੀਂ ਸਾਡੀ ਕਮੇਟੀ ਹੈ ਉਹਦਾ ਇਹ ਫੈਸਲਾ ਹੈ। ਇਹ ਨਹੀਂ ਕਿਹਾ, ਇਹ ਕਹਿੰਦਾ ਇਹ ਸਾਡੀ ਸੁਜੈਸ਼ਨਸ ਨੇ, ਉਹ ਫਿਰ ਦੇਖਾਂਗੇ ਜ਼ਿਆਦਾ ਕਰਾਂਗੇ। ਲੇਕਿਨ ਜਦੋਂ ਤਾਈਂ ਮੈਂ ਹੈ, ਕੋਈ ਤੁਹਾਡੇ ਟਿਊਬਵੈੱਲ ਦੀ ਬਿਜਲੀ ਨਹੀਂ ਬੰਦ ਕਰੂਗਾ, ਤੁਸੀਂ ਚੱਲਦੇ ਰਹੋ ਜੈਸੇ ਚੱਲ ਰਿਹਾ। ਇਹ ਸਾਡਾ ਮੈਨੀਫੈਸਟੋ 'ਚ ਵੀ ਪੈਦਾ ਸੀ, ਔਰ ਅੱਜ ਵੀ ਮੈਂ ਤੁਹਾਡੇ ਨਾਲ ਕਰਦਾ। ਬਹੁਤ ਤੁਹਾਡਾ ਮੈਂ ਧੰਨਵਾਦੀ ਹਾਂ ਕਿ ਤੁਸੀਂ ਇਹ ਸਵਾਲ ਕਰਦੇ ਰਹਿੰਦੇ ਹੋ, ਔਰ ਮੇਰਾ ਕੋਸ਼ਿਸ਼ ਹੈ ਹਰ ਵੇਲੇ ਤੁਹਾਡਾ ਜਵਾਬ ਦੇਣ ਦੀ। ਔਰ ਇਹ ਵੀ ਕਿ ਤੁਸੀਂ ਹੁਣ ਕੋਵਿਡ ਵਿੱਚ ਤੁਸੀਂ ਮੇਰੀ ਗੱਲ ਮੰਨੀ, ਤੁਹਾਡੀ ਮੈਂ ਮੰਨ ਲੈਂਦਾ, ਪਰ ਤੁਸੀਂ ਮੇਰੀ ਗੱਲਾਂ ਮੰਨਿਆ ਕਰੋ, ਔਰ ਇਹ ਕੋਵਿਡ ਨੂੰ ਆਪਾਂ ਪੰਜਾਬ ਨੂੰ ਕੱਢੀਏ ਇਸ ਦੇ ਵਿੱਚੋਂ। ਔਰ ਤੁਸੀਂ ਜਿਹੜਾ ਤੁਸੀਂ ਕਰੋਗੇ, ਔਰ ਤੁਸੀਂ ਮੇਰੀ ਆਖੇ ਲੱਗੋਗੇ, ਔਰ ਅਗਰ ਮੈਂ ਤੁਹਾਨੂੰ ਬਚਾ ਸਕਦਾ ਇਹ ਗੱਲਾਂ ਕਰਕੇ, ਔਰ ਤੁਸੀਂ ਆਪਣੇ ਪਰਿਵਾਰ ਨੂੰ, ਗੁਆਂਢੀਆਂ ਨੂੰ, ਦੋਸਤਾਂ ਨੂੰ, ਮਹੱਲੇਦਾਰਾਂ ਨੂੰ ਸਾਰੇ ਬਚਾ ਸਕਦੇ ਹੋ, ਤਾਂ ਮੈਂ ਤੁਹਾਡਾ ਧੰਨਵਾਦੀ ਹੋਵਾਂਗਾ। ਬੜੀ ਖੁਸ਼ੀ ਹੋਈ ਹੈ। ਅਗਲੇ ਹਫ਼ਤੇ ਫਿਰ ਆਪਾਂ ਗੱਲ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੈ ਹਿੰਦ।